So we shall be continuing from, like in last lecture, we had studied about what are carbohydrates. We studied that they are produced by plants. ये plants इन्हां नूं पैदा करते हैं, और then we studied that some amount of carbohydrate, how your body is using, किस तरह उन्होंने use करती है, some amount is used for maintaining the blood sugar level. जिवें आपां जदों खून टेस्ट करके देखते हैं, then only we can come to know कि हाँ कितनी sugar है. Then some of the glucose is stored in extracellular fluid. मतलब सेल तो बाहर भी कुछ ਜਿਹੜਾ glucose है वो सेव किया जाता है, और फिर कुछ चीज़ां नਵੇਂ प्रोडक्ट्स बनाने ਲਈ भी ਆਪਾਂ ਸਾਡਾ शरीर ਇਹਨੂੰ यूज कर ਲੈਂਦਾ है. So this is what we have studied. फिर उस तो बाद ਦੇ ਵਿੱਚ ਅਸੀਂ ਸਟੱਡੀ ਕੀਤਾ ਸੀਗਾ ਕਿ what are the functions, ਕੰਮ ਕੀ ਕਰਦਾ ਹੈ ਕਾਰਬੋਹਾਈਡਰੇਟ. ਉਹਦੇ ਚ ਅਸੀਂ ਕੀਤਾ ਸੀਗਾ ਕਿ they are major sources of energy. ਸਾਡੇ ਜਿੰਨੀਆਂ ਵੀ ਅਸੀਂ ਕਿਰਿਆਵਾਂ ਕਰਦੇ ਹਾਂ ਉਹਨਾਂ ਵਾਸਤੇ એનર્ਜੀ ਦੀ ਜ਼ਰੂਰਤ ਹੁੰਦੀ ਹੈ, and they are the main sources of energy. ਫਿਰ ਅਸੀਂ ਕੀਤਾ कि they are having a very good function, that is they are major sources, they have a protein sparing action. कि प्रोटीन ਜਿਹੜੇ ਨੇ ਉਹਨਾਂ ਨੂੰ ਬਿਲਡਿੰਗ ਔਰ ਰਿਪੇਅਰ ਦਾ ਕੰਮ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਇਸ ਨੇ ਕਰਨਾ ਹੈ, ਕਿਉਂਕਿ ਜਿਹੜੀ ਪ੍ਰੋਟੀਨ ਦਾ ਕੰਮ ਹੈ ਸਰੀਰ ਨੂੰ ਬਣਾਉਣਾ, ਬਣਾਏ ਰੱਖਣਾ, ਔਰ ਉਹਦੀ ਰਿਪੇਅਰ ਜਿਹੜੀਆਂ ਮਾਈਨਰ ਨੇ ਹਨਾ, ਇਹ ਸਾਰੇ ਕੰਮ ਕਰਨੇ ਆ, ਤਾਂ ਉਹ ਉਦੋਂ ਹੀ ਕਰ ਪਾਏਗਾ ਜਦੋਂ ਉਹਨੂੰ ਸਫੀਸ਼ੀਐਂਟ ਅਮਾਉਂਟ ਆਫ ਕਾਰਬੋਹਾਈਡਰੇਟਸ ਮਿਲੇਗਾ. ਇਸ ਤਰ੍ਹਾਂ ਹੀ ਅਸੀਂ ਕੀਤਾ ਸੀਗਾ ਕਿ ਜਿਹੜੇ ਫੈਟਸ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਟੁੱਟਣ ਦੇ ਵਿੱਚ ਮਦਦ ਕਰਦਾ ਹੈ, ਤਾਂ ਕਿ ਜਿਹੜੇ ਫੈਟਸ ਨੇ ਉਹ ਟੁੱਟ ਕੇ એનર્ਜੀ ਦੇ ਸਕਣ, ਔਰ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਟੁੱਟਣ ਵਾਸਤੇ ਥੋੜਾ ਕਾਰਬੋਹਾਈਡਰੇਟ ਲੋੜੀਂਦਾ ਹੈ, ਉਹਦੀ ਜ਼ਰੂਰਤ ਹੁੰਦੀ ਹੈ. ਸੋ ਅਗਰ ਕਾਰਬੋਹਾਈਡਰੇਟ ਅਸੀਂ ਨਹੀਂ ਖਾਂਦੇ ਆ ਤਾਂ ਕੀ ਹੁੰਦਾ ਹੈ, ਸਰੀਰ ਦੇ ਵਿੱਚ ਕੀਟੋਨ ਬਾਡੀਜ਼ ਬਣ ਜਾਂਦੀਆਂ ਜਿਹੜੇ ਕਿ ਅੱਧੇ ਟੁੱਟੇ ਫੁੱਟੇ ਫੈਟਸ ਬਣ ਜਾਂਦੇ ਆ, ਔਰ ਉਹਦੇ ਨਾਲ ਜਿਹੜੇ ਅੱਧੇ ਟੁੱਟੇ ਫੁੱਟੇ ਫੈਟਸ ਇਹਨਾਂ ਨੂੰ ਅਸੀਂ ਕੀਟੋਨ ਬਾਡੀਜ਼ ਕਹਿੰਦੇ ਆ, ਜਿਹੜੀਆਂ ਐਸਿਡਿਕ ਹੁੰਦੀਆਂ, ਤੇਜ਼ਾਬੀ ਹੁੰਦੀਆਂ, ਔਰ ਉਹ ਸਾਡੇ ਖੂਨ ਨੂੰ ਤੇਜ਼ਾਬੀ ਕਰ ਦਿੰਦੀਆਂ, ਔਰ ਇਹਦੇ ਨਾਲ ਜਿਹੜਾ ਬ੍ਰੇਨ ਹੈ ਉਹਦੇ ਵਿੱਚ ਕੋਮਾ ਜਿਹੜੀ ਹੈ ਉਹ ਵੀ ਆ ਸਕਦੀ ਹੈ, ਜਿਵੇਂ ਕੋਮਾ ਦਾ ਤੁਸੀਂ ਨਾਮ ਸੁਣਿਆ ਹੋਵੇਗਾ. ਸੋ ਦਿਸ ਕੈਨ ਕਾਜ਼ ਕੋਮੋਨਸ. तो ਉਹਨੂੰ ਪ੍ਰੀਵੈਂਟ ਕਰਦਾ ਹੈ, ਉਹਨੂੰ ਹੋਣ ਤੋਂ ਰੋਕਦਾ ਹੈ. ਇਸ ਤੋਂ ਇਲਾਵਾ ਅਸੀਂ ਕੀਤਾ ਸੀਗਾ ਕਿ ਇਹ ਗਟ ਫੰਕਸ਼ਨ ਸਾਡੀ ਜਿਹੜੀਆਂ ਆਂਤੜੀਆਂ ਹੈ, ਡਾਈਜੈਸ਼ਨ ਹੈ, ਉਹਦੇ ਵਿੱਚ ਬਹੁਤ ਮਦਦ ਕਰਦਾ ਹੈ ਕਿ ਜਿਹੜੇ ਸਾਡੇ ਫ੍ਰੈਂਡਲੀ ਮਾਈਕਰੋ ਆਰਗੇਨਿਜ਼ਮਸ ਹੈ, ਜਿਹੜੇ ਸਾਡੇ ਦੋਸਤ ਹੈ, ਬੈਕਟੀਰੀਆਜ਼ ਹੈ, ਉਹਨਾਂ ਦੀ ਵਾਸਤੇ ਫੇਵਰਿਟ ਫੂਡ ਹੈ. ਜਿਵੇਂ ਅਸੀਂ ਲੈਕਟੋਜ਼ ਦੀ ਗੱਲ ਕੀਤੀ ਸੀ ਜਿਹੜਾ ਕਿ ਇੱਕ ਮਿਲਕ ਸ਼ੂਗਰ ਹੈ, ਉਹਨੂੰ, ਔਰ ਜਾਂ ਫਿਰ ਸੈਲੂਲੋਜ਼ ਦੀ ਗੱਲ ਕੀਤੀ ਸੀ, ਇਹ ਸਾਰੇ ਮਿਲ ਕੇ ਕੀ ਹੈ ਸਾਡੀ ਗਟ, ਜਿਹੜੀ ਸਾਡੀਆਂ ਆਂਤੜੀਆਂ ਹੈ, ਜਿਹੜਾ ਸਾਡੀ ਡਾਈਜੈਸ਼ਨ ਦੀ ਪ੍ਰੋਸੈਸ ਹੈ ਉਹਨੂੰ ਇਹ ਸਹੀ ਰੱਖਦੀਆਂ ਹੈ. ਦੈਨ ਸਾਡੇ ਬ੍ਰੇਨ ਵਾਸਤੇ ਇਹ ਪ੍ਰੈਫਰਡ ਸੋਰਸ ਆਫ એનર્ਜੀ ਹੈ, ਸਾਡੇ ਬ੍ਰੇਨ ਨੂੰ ਇਹੀ ਪਸੰਦ ਹੈ ਗਲੂਕੋਜ਼ ਜਿਹੜਾ ਹੈ. ਔਰ ਫਿਰ ਅਸੀਂ ਕੀਤਾ ਸੀਗਾ ਕਿ ਇਟ ਇਜ਼ ਅ ਪਾਰਟ ਆਫ ਮੈਨੀ ਇੰਪੋਰਟੈਂਟ ਕੰਪਾਊਂਡਸ. ਆਪਾਂ ਕੁਝ ਕੰਪਾਊਂਡਸ ਦੇ ਨਾਮ ਦੱਸੇ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਸਾਡੇ ਡੀਐਨਏ ਦਾ ਪਾਰਟ ਹੈ, ਰਾਈਬੋਜ਼ ਸ਼ੂਗਰ ਇੱਕ ਹੁੰਦੀ ਹੈ, ਐਂਡ ਦੈਨ ਫਿਰ ਅਸੀਂ ਕੀਤਾ ਸੀਗਾ ਆਰਐਨਏ, ਰਾਈਬੋਨਿਊਕਲਿਕ ਐਸਿਡ ਦਾ ਪਾਰਟ ਹੈ, ਗਲੂਕੋਰੋਨਿਕ ਐਸਿਡ ਜਿਹੜਾ ਕਿ ਟੌਕਸਿਨਸ ਨੂੰ ਰਿਮੂਵ ਕਰਨ ਦੇ ਵਿੱਚ ਮਦਦ ਕਰਦਾ ਹੈ, ਲਿਵਰ ਵਿੱਚ ਮੌਜੂਦ ਹੁੰਦਾ ਹੈ. ਤਾਂ ਇਹ ਆਪਾਂ ਕੰਮ ਕੀਤੇ ਸੀ. ਦੈਨ ਅਸੀਂ ਲਾਸਟ ਵਿੱਚ ਕੀਤਾ ਸੀਗਾ ਕਿ ਇਟ ਇਜ਼ ਈਜ਼ੀ ਟੂ ਡਾਈਜੈਸਟ, ਇਟ ਵਿਲ ਐਡ ਟੇਸਟ ਐਂਡ ਫਲੇਵਰ ਟੂ the diet. ठीक है, so this was what we have studied in the last lecture. Now in this lecture we shall be studying about, let us see presentation ch ki hai, we will be studying about sources of carbohydrate. So next thing ki hai कि सानू ये मिलदा कित्थों है. सानू ये मिलदा है ਇਹਦੀਆਂ ਇੰਪੋਰਟੈਂਟ ਸੋਰਸਸ ਹੈ. ਨੰਬਰ 1 ਸ਼ੂਗਰਸ, ਸੌਰੀ, ਸਭ ਤੋਂ ਪਹਿਲੇ ਸ਼ੂਗਰਸ. ਦੂਸਰਾ ਇਹਦਾ ਸੋਰਸ ਹੈ ਸਟਾਰਚਸ. ਤੀਸਰਾ ਇਹਦਾ ਸੋਰਸ ਹੈ ਗਲਾਈਕੋਜਨ. ਤਾਂ ਇਹ ਹੁਣ ਕੀ ਚੀਜ਼ਾਂ ਨੇ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ. ਸੋ ਵੈਨ ਵੀ ਕਮ ਟੂ ਸ਼ੂਗਰ, ਸ਼ੂਗਰਸ ਹੁੰਦੇ ਜਿਹੜੇ ਸਿੰਪਲ ਟਾਈਪ ਆਫ ਕਾਰਬੋਹਾਈਡਰੇਟਸ ਹੁੰਦੇ ਆ. ਸਿੰਪਲ ਕਾਰਬੋਹਾਈਡਰੇਟਸ ਹੁੰਦੇ ਆ ਜਿਵੇਂ ਕਿ ਫॉर एग्जांपल मोनोसेकेराइड.
ਸਿੰਪਲ ਮੋਨੋਸੈਕਰਾਈਡ ਕੀ ਹੁੰਦੇ ਆ, ਜਿਵੇਂ ਫॉर एग्जांपल ग्लूकोज हो गया। ग्लूकोज ਦਾ ਨਾਮ ਸੁਣਿਆ ਹੋਵੇਗਾ ਤੁਸੀਂ, ਸਭ ਨੇ ਪੀਤਾ ਵੀ ਹੋਇਆ ਆਪਾਂ, ਹਨਾ, ਜਦੋਂ ਗਰਮੀਆਂ ਦੇ ਵਿੱਚ ਵੀ ਪਾਣੀ ਚ ਘੋਲ ਕੇ ਆਪਾਂ ਪੀਂਦੇ ਆ। ਸੋ दैट इज वन एग्जांपल ग्लूकोज। ਇੱਕ ਹੁੰਦਾ ਹੈ ਫਰਕਟੋਜ਼, ਇੱਕ ਹੁੰਦਾ ਹੈ ਗੈਲੈਕਟੋਜ਼। ਇਹ ਤਿੰਨ ਤਰ੍ਹਾਂ ਦੇ ਮੋਨੋਸੈਕਰਾਈਡ, ਮੋਨੋਸੈਕਰਾਈਡ मतलब चीनी या शुगर या कार्बोहाइड्रेट ਦਾ ਸਭ ਤੋਂ ਛੋਟਾ ਰੂਪ, ਉਹਨੂੰ ਅਸੀਂ ਕਹਿੰਦੇ ਆ ਮੋਨੋਸੈਕਰਾਈਡ। ਔਰ ਇਹ ਮੋਨੋਸੈਕਰਾਈਡ ਜਿਹੜੀਆਂ ਵੀ ਚੀਜ਼ਾਂ ਵਿੱਚ ਮੌਜੂਦ ਹੋਣਗੇ, ਜਿਹੜੇ ਫੂਡਸ ਵਿੱਚ ਮੌਜੂਦ ਹੋਣਗੇ, ਉਹ ਕਾਰਬੋਹਾਈਡਰੇਟ ਦੇ ਅੱਛੇ ਸੋਰਸਸ ਹੋਣਗੇ। ਜਿਵੇਂ ਐਗਜ਼ਾਮਪਲ ਤੁਹਾਨੂੰ ਮੈਂ ਦੱਸੀ ਹੈ ਇੱਕ ਗਲੂਕੋਜ਼। फिर आते हैं डाइसेकेराइड। सेकंड चीज की है डाइसेकेराइड। तो दिस डाइसेकेराइड का नाम जिवें दसते हैं, जदों दो मोनोसेकेराइड आपस च इकट्ठे हो जाते हैं तो उन्होंने असीं कहते हैं डाइसेकेराइड। जिस तरह फॉर एग्जांपल दो ग्लूकोज इकट्ठे हो जाए, या एक ग्लूकोज और एक फ्रक्टोज इकट्ठा हो जाए, या एक ग्लूकोज और एक गैलेक्टोज इकट्ठा हो जाए, ਜਦੋਂ ਕੋਈ ਵੀ ਦੋ ਕੰਬੀਨੇਸ਼ਨ ਬਣ ਜਾਂਦੇ ਆ ਅਸੀਂ ਉਹਨੂੰ ਕਹਿੰਦੇ ਆ ਡਾਈਸੈਕਰਾਈਡ। तो पहला कॉम्बिनेशन ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਮਾਲਟੋਜ਼। ਮਾਲਟੋਜ਼ ਕਿਸ ਤਰ੍ਹਾਂ ਬਣੇਗਾ, ਜਦੋਂ ਦੋ ਗਲੂਕੋਜ਼ ਇਕੱਠੇ ਹੋ ਜਾਣਗੇ, ग्लूकोज प्लस ग्लूकोज, ਤਾਂ ਇਹ ਕੀ ਬਣ ਗਿਆ, ਡਾਈਸੈਕਰਾਈਡ ਦਾ ਨਾਮ ਹੋ ਗਿਆ ਮਾਲਟੋਜ਼। ਯੂ ਕੈਨ ਨੋਟ ਇਟ डाउन। देन ਜੇ दूसरा इस तो बाद सेकेंड ਜਿਹੜਾ ਬਣੇਗਾ ਡਾਈਸੈਕਰਾਈਡ, ਉਹ ਬਣ ਸਕਦਾ ਹੈ ਜਦੋਂ ग्लूकोज एंड गैलेक्टोज इकट्ठे हो जाए। एक ग्लूकोज है, एक गैलेक्टोज है, ये सोच लो ना, एक ए फ्रेंड है, एक ए फ्रेंड है, जो ये दोनों इकट्ठे हो गए तब बन गया लैक्टोज। ठीक है। एंड थर्ड टाइप ऑफ डाइसैकेराइड कुड बी सुक्रोज। वो किवें बनदा है, जो ग्लूकोज दे नाल फ्रक्टोज मिल जाता है। सोचो एक ग्लूकोज और ओदे नाल दूसरा मिल गया फ्रक्टोज, और ये दोनों मिलके की बन गए सुक्रोज। ਹੁਣ ਸੁਕਰੋਜ਼ ਦੀ ਐਗਜ਼ਾਮਪਲ ਹੈ ਜਿਹੜੀ ਆਪਾਂ ਚੀਨੀ ਖਾਂਦੇ ਆ, ਜੋ ਕਾਮਨ ਟੇਬਲ ਸ਼ੂਗਰ, ਜਿਹੜੀ ਵਾਈਟ ਸ਼ੂਗਰ ਅਸੀਂ ਖਾਂਦੇ ਆ, that is known as ਸੁਕਰੋਜ਼। ਮਾਲਟੋਜ਼ ਦੀ ਐਗਜ਼ਾਮਪਲ ਹੈ ਜਿਸ ਤਰ੍ਹਾਂ ਅਸੀਂ ਮਾਲਟੋਆ ਪੀਂਦੇ ਆ, ਦੁੱਧ ਵਿੱਚ ਪਾ ਕੇ ਪੀਂਦੇ ਆ ਨਾ, ਬ੍ਰਾਊਨ ਛੇ ਕਲਰ ਦਾ ਹੁੰਦਾ ਹੈ, तो ਉਹ ਕੀ ਹੁੰਦਾ, ग्लूकोज ਮਿਲ ਕੇ ਮਾਲਟੋਜ਼ ਬਣਾ ਦਿੰਦੇ ਆ, that is one example। ਔਰ ਲੈਕਟੋਜ਼ ਜਿਹੜਾ ਹੈ ਇਹ ਹੈ ਮਿਲਕ ਸ਼ੂਗਰ, ਜਿਵੇਂ ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਗੱਲ ਕੀਤੀ ਸੀ, that is known as milk sugar। Just a moment, beta. There are few girls who wish to enter. Girls, you can confirm. Can you hear me properly? समझ आ रहे हैं? You can put yes in the chat box. I am waiting. You can put yes in the chat box if you can hear me. Okay, then I'll continue. Thank you. Okay, so now what we have studied कि sugar जेड़ा है, oh still so many girls they are entering, मैं disturb हो रही हूँ। ਆਪਾਂ सोर्सेस ਦੀ ਗੱਲ ਕਰ ਰਹੇ ਸੀ, sugars, या it will come from monosaccharide, single sugar तो मिलेगा, या ਸਾਨੂੰ ਮਿਲੇਗਾ ਡਾਈਸੈਕਰਾਈਡ। ਡਾਈਸੈਕਰਾਈਡ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੈ, ਇਹ ਕਿਸ ਤਰ੍ਹਾਂ ਬਣਦੇ ਆ, ਜਦੋਂ ਦੋ ਮੋਨੋਸੈਕਰਾਈਡ ਜੁੜ ਜਾਂਦੇ ਆ। ਮੋਨੋਸੈਕਰਾਈਡ ਕਿਹੜੇ ਕਿਹੜੇ ਹੈ, ਪਹਿਲਾ ਮੋਨੋਸੈਕਰਾਈਡ ਹੈ ग्लूकोज, दूजा मोनोसैकेराइड है फ्रक्टोज, तीसरा मोनोसैकेराइड है गैलेक्टोज। और डाइसैकेराइड किसका बनता है, लेट अस रिवाइज। इफ वी कंबाइन टू ग्लूकोज यूनिट्स वी कॉल इट maltose. If we combine glucose with a galactose we call it lactose, and जे ग्लूकोज ते फ्रक्टोज मिल जाएगा तब बन जाएगा सुक्रोज। ठीक है, तो these are the important sources of sugars। So now let us see what are the other sources। So sugars are, let us see what are the, now we have studied that there are either monosaccharides or disaccharides। ਤਾਂ ਇਹ ਸਾਨੂੰ ਕਿੱਥੋਂ ਕਿਹੜੀਆਂ ਫੂਡ ਆਈਟਮਸ ਤੋਂ ਮਿਲੇਗਾ। ਪਹਿਲਾ ਤਾਂ ਜਿਹੜੇ ਸਵੀਟ ਫੂਡਸ ਹੈ, ਕਿਹੜੇ ਸਵੀਟ ਫੂਡਸ ਹੈ, ਵੀ ਨੋ, ਜਿਸ ਤਰ੍ਹਾਂ ਹਨੀ ਹੈ, ਸ਼ਹਿਦ ਜਿਵੇਂ ਆਪਾਂ ਗੱਲ ਕਰਦੇ ਹਾਂ, ਜਾਂ ਚੀਨੀ ਅਸੀਂ ਖਾਂਦੇ ਹਾਂ, ਬ੍ਰਾਊਨ ਸ਼ੂਗਰ ਹੈ, ਵਾਈਟ ਸ਼ੂਗਰ ਹੈ, ਗੁੜ ਹੈ ਨਾ, जैम है,
ਜਿਹੜੀਆਂ ਚੀਨੀ ਨਾਲ ਬਣੀਆਂ ਚੀਜ਼ਾਂ ਨੇ ਉਹਨਾਂ ਤੋਂ ਸਾਰਾ ਕੁਝ ਸਾਨੂੰ ਸਵੀਟ ਫੂਡਸ ਤੋਂ ਸਾਨੂੰ ਮਿਲ ਜਾਏਗਾ। ਦੈਨ ਜਿਸ ਤਰ੍ਹਾਂ ਅਸੀਂ ਕੋਈ ਕੈਂਡੀਜ਼ ਖਾਂਦੇ ਆ, ਹੈਨਾ, ਮਿੱਠੀਆਂ ਚੀਜ਼ਾਂ ਜਿਹੜੀਆਂ ਨੇ, ਦੇ ਆਰ ਐਗਜ਼ਾਮਪਲਸ। ਦੈਨ sweet fruits are also sources of carbohydrates. Sweet fruits ਕਿਸ ਤਰ੍ਹਾਂ, ਜਿਸ ਤਰ੍ਹਾਂ we know we have eat banana ਦੇ ਵਿੱਚ ਜਿਹੜਾ ਹੈ ਮਿੱਠਾ ਹੁੰਦਾ ਹੈ, ਤਾਂ ਇਹਦੇ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ। ਇਸ ਤਰ੍ਹਾਂ ਹੀ ਗ੍ਰੇਪਸ ਹੈ ਜਿਹੜੇ, ਇਹ ਬਹੁਤ ਅੱਛੇ ਸੋਰਸ ਹੈਗੇ ਨੇ। ਤੇ ਜਿਹੜੇ ਮਿੱਠੇ ਫਲ ਜਿੰਨੇ ਤੁਹਾਨੂੰ ਨਜ਼ਰ ਆਉਂਦੇ ਹੈ, ਸਵੀਟਨੈਸ ਜਿਹੜੀ ਹੈ ਉਹ ਸ਼ੂਗਰਸ ਦੇ ਕਰਕੇ ਹੀ ਆਉਂਦੀ ਹੈ। ਸੋ ਦੇ ਆਰ ਵਨ ਐਗਜ਼ਾਮਪਲ। ਇਸ ਤੋਂ ਬਾਅਦ ਦੇ ਵਿੱਚ ਦੂਸਰਾ ਜਿਹੜਾ ਸੋਰਸ ਹੈ ਉਹ ਹੈ ਸਟਾਰਚਸ। ਸਟਾਰਚ ਦਾ ਜਿਵੇਂ ਆਪਾਂ ਨਾਮ ਚੁੰਨੀਆਂ ਤੇ ਵੀ ਲਗਾਉਂਦੇ ਅਸੀਂ, ਜਾਂ ਕੱਪੜਿਆਂ ਦੇ ਉੱਤੇ ਵੀ ਸਟਾਰਚ ਲਗਾਉਂਦੇ ਆ। ਤਾਂ ਕੀ ਹੈ, ਇਹ ਇੱਕ ਇਸ ਤਰ੍ਹਾਂ ਦਾ ਆਪਾਂ ਨੂੰ ਪਤਾ ਹੈ ਕਿ ਫੋਟੋਸਿੰਥੇਸਿਸ ਕਰਕੇ ਪਲਾਂਟਸ ਨੇ ਉਹ ਸਟਾਰਚ ਬਣਾਇਆ, ਹੈ ਨਾ, ਆਪਣਾ ਫੂਡ ਬਣਾਇਆ, ਤਾਂ ਅਸੀਂ ਉਹ ਫੂਡ ਖਾਂਦੇ ਆ। ਸਾਨੂੰ ਮਿਲਦਾ ਕਿੱਥੋਂ ਹੈ ਸਟਾਰਚ? ਇਟ ਵਿਲ ਬੀ ਫਰੋਮ, ਪਹਿਲਾ ਜਿਹੜਾ ਸੋਰਸ ਹੈ ਦੈਟ ਇਜ਼ ਸੀਰੀਅਲਸ। तो सीरियल्स ਕਿਹੜੇ ਕਿਹੜੇ ਨੇ? फॉर एग्जाम्पल भी ਜਿਹੜੇ ਨੇ ਮੱਕੀ ਹੈ, ਦੈਨ ਅਨਾਜ ਹੈ, ਜਿਸ ਤਰ੍ਹਾਂ ਇਹ ਓਟਸ ਦਿਖਾਈਆਂ ਹੋਈਆਂ ਇੱਥੇ, ਦੈਨ ਕਣਕ ਹੈ, ਚਾਵਲ ਹੈ, ਹਨਾ। ਦਾਲਾਂ ਦੇ ਵਿੱਚ ਵੀ ਬਹੁਤ ਸਾਰਾ ਸਾਨੂੰ ਮਿਲਦਾ ਹੈ ਸਟਾਰਚ। ਦੈਨ ਕੁਝ ਵੈਜੀਟੇਬਲਸ ਨੇ ਜਿਹੜੀਆਂ ਜੜ ਵਾਲੀਆਂ ਸਬਜ਼ੀਆਂ ਨੇ, ਜਿਸ ਤਰ੍ਹਾਂ ਕਿ ਆਲੂ ਹੈ, ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਅਰਬੀ ਹੈ ਨਾ, या कचालू है, दिस इज कचालू, ये शकरकंदी है ना। ये सारियां चीज़ां जड़ियां ने दे कंटेन लॉट ऑफ स्टार्चेस। तो दूसरी एग्जांपल हो गई स्टार्चेस। तीसरी ਜਿਹੜਾ ਆਪਣੇ ਕੋਲ ਸੋਰਸ ਹੈ that is known as glycogen। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਜਿਹੜਾ ਅਸੀਂ ਖਾਂਦੇ ਆ ਗਲੂਕੋਜ਼, ਜਦੋਂ ਸਾਡਾ ਸਰੀਰ ਹੈ ਉਹਨੂੰ ਖਾਣੇ ਨੂੰ ਪਚਾ ਲੈਂਦਾ, ਉਹਦੇ ਚੋਂ मोनोसैकेराइड्स बन जाते हैं, ग्लूकोज निकल आता है, तो उन्होंने ग्लूकोज ਨੂੰ बॉडी एब्जॉर्ब कर लेती है। नाउ इट विल बी सर्व्ड, थोड़ा ਜਿਹਾ એનર્ਜੀ ਵਾਸਤੇ ਅਸੀਂ ਯੂਜ਼ ਕਰ ਲਿਆ, ਬਲੱਡ ਦੇ ਵਿੱਚ ਰਹਿ ਗਿਆ, ਹੈ ਨਾ। ਫਿਰ ਕੁਝ ਪੋਰਸ਼ਨ ਜਿਹੜਾ ਸਾਡੀ ਬॉडी, ਇਹ ਸਾਡਾ ਜਿਹੜਾ ਲਿਵਰ ਹੈ ਉਹਦੇ ਵਿੱਚ ਸੇਵ ਕਰਕੇ ਰੱਖ ਲੈਂਦੀ ਹੈ, ਇੱਕ ਫਿਕਸਡ ਫਾਰਮ, ਥੋੜਾ ਜਿਹਾ ਅਮਾਉਂਟ ਆਪਣਾ, ਜਿਵੇਂ ਆਪਾਂ ਆਪਣੀ ਪਾਕਟ ਦੇ ਵਿੱਚ ਅਸੀਂ ਮਨੀ ਰੱਖਦੇ ਹਾਂ, ਉਸ ਤੋਂ ਬਾਅਦ ਵਿੱਚ ਅਸੀਂ ਕੀ ਕਰਦੇ ਹੈਗੇ ਆ, ਉਹਨੂੰ ਥੋੜਾ ਜਿਹਾ ਇੱਕ ਵੱਡਾ ਨੋਟ ਰੱਖ ਲੈਂਦੇ ਆ, ਜਿਵੇਂ 2000 ਦਾ ਨੋਟ ਰੱਖ ਲੈਂਦੇ ਆ। ਉਹ ਤਾਂ ਹੀ ਤੁੜਾਉਂਦੇ ਆ ਜੇ ਸਾਨੂੰ ਜ਼ਰੂਰਤ ਪਏਗੀ, ਜੇ ਸਾਡੇ ਕੋਲ ਸਾਰੀ ਚੇਂਜ ਖਤਮ ਹੋ ਗਈ ਹੈ, ਖੁੱਲੇ ਪੈਸੇ ਖਤਮ ਹੋ ਗਿਆ, ਫਿਰ ਅਸੀਂ 2000 ਦਾ ਨੋਟ ਜਿਹੜਾ ਹੈ ਉਹ ਯੂਜ਼ ਕਰਾਂਗੇ। ਤਾਂ ਇਹ ਇਨ ਅ ਵੇ ਇਹ ਇਸ ਤਰ੍ਹਾਂ ਹੀ ਅਸੀਂ ਸੇਵ ਕਰਕੇ ਰੱਖਿਆ ਹੁੰਦਾ ਹੈ ਗਲਾਈਕੋਜਨ, ਤੇ ਉਹ ਇਸ ਤਰ੍ਹਾਂ ਦਾ ਦਿਖਦਾ ਹੈ ਗਲਾਈਕੋਜਨ। ਇਹ ਸਟਾਰਚ ਦੇ ਵਾਂਗੂ ਹੀ ਹੁੰਦਾ ਹੈ, ਇਹਨੂੰ ਅਸੀਂ ਐਨੀਮਲ ਸਟਾਰਚ ਵੀ ਕਹਿੰਦੇ, ਕਿਉਂਕਿ ਇਹ ਐਨੀਮਲਸ ਨੇ ਬਣਾਇਆ ਹੈ ਨਾ, ਅਸੀਂ ਬਣਾਇਆ ਹੈ। ਜਾਂ ਤੇ ਫਿਰ ਜਿਹੜੇ ਲੋਕ ਨਾਨ ਵੈਜੀਟੇਰੀਅਨ ਫੂਡ ਲੈਂਦੇ ਆ, ਜੇ ਉਹ ਲਿਵਰ ਲੈਣਗੇ ਤੇ ਉਹਨਾਂ ਨੂੰ ਗਲਾਈਕੋਜਨ ਦੇ ਵਿੱਚੋਂ ਵੀ ਥੋੜਾ ਜਿਹਾ ਕਾਰਬੋਹਾਈਡਰੇਟ ਜਿਹੜਾ ਹੈ ਪ੍ਰਾਪਤ ਹੋ ਜਾਏਗਾ। ਬਟ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਪਲਾਂਟਸ ਹੀ ਬਣਾਉਂਦੇ ਹੈ, ਤਾਂ ਇਹਦੇ ਮੇਜਰ ਸੋਰਸਿਸ ਆਪਾਂ ਨੂੰ ਸ਼ੂਗਰ, ਸਟਾਰਚਸ ਇੱਥੋਂ ਹੀ ਮਿਲਦਾ ਹੈ। ਗਲਾਈਕੋਜਨ ਬਹੁਤ ਥੋੜੇ ਅਮਾਉਂਟ ਦੇ ਵਿੱਚ ਹੁੰਦਾ ਹੈ, ਕਿਉਂਕਿ ਸਾਡੀ ਬਾਡੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਕਿ ਬੜਾ ਥੋੜਾ ਜਿਹੀ ਫਾਰਮ ਹੁੰਦੀ ਹੈ ਗਲਾਈਕੋਜਨ ਦੇ ਫਾਰਮ 'ਚ ਜਿਹੜੀ ਸੇਵ ਕੀਤੀ ਜਾਂਦੀ ਹੈ। So next thing is जो ਅਸੀਂ करना है after the sources, what we have to do, we have to study कि ਸਾਨੂੰ ਉਹ ਚਾਹੀਦਾ ਕਿੰਨਾ ਹੈ, what is the recommended dietary allowance। ਜਿਹੜਾ RDA ਲਿਖਿਆ ਹੋਇਆ ਇਹਦਾ ਮਤਲਬ ਫੁੱਲ ਫਾਰਮ ਹੈ recommended dietary allowance, ਕਿ ਇਹ ਸਾਨੂੰ ਕਿੰਨੀ ਮਾਤਰਾ ਵਿੱਚ ਲੈਣਾ ਚਾਹੀਦਾ ਹੈ, ਕਿੰਨੇ ਅਮਾਉਂਟ 'ਚ ਲੈਣਾ ਚਾਹੀਦਾ ਹੈ। ਤੁਹਾਨੂੰ ਪਤਾ ਹੈ ਕਿ ਸਾਨੂੰ ਇਹ એનર્ਜੀ ਦੇ ਵਾਸਤੇ ਚਾਹੀਦਾ ਹੈ, ਮੇਨ ਕੰਮ ਹੀ ਇਹਦਾ એનર્ਜੀ ਦੇਣਾ ਹੈ। ਸੋ ਇਹ ਸਾਨੂੰ ਅਪਰੋਕਸੀਮੇਟਲੀ ਅਸੀਂ ਜਿੰਨੀਆਂ ਵੀ ਟੋਟਲ ਕੈਲੋਰੀਜ਼ ਖਾਂਦੇ ਆ, ਉਹਦਾ 50 to 60% should come from carbohydrates। ਤਾਂ ਫॉर एग्जांपल ਜੇ ਮੈਂ 1000 ਕੈਲੋਰੀਜ਼ ਖਾਂਦੀ ਆ ਫॉर एग्जांपल, ਤਾਂ ਮੇਰੀਆਂ 500 ਤੋਂ 600 ਕੈਲੋਰੀਜ਼ ਕਿੱਥੋਂ ਆਉਣੀਆਂ ਚਾਹੀਦੀਆਂ? ਕਾਰਬੋਹਾਈਡਰੇਟਸ ਤੋਂ ਆਉਣੀਆਂ ਚਾਹੀਦੀਆਂ। ਤੇ ਜੇ ਮੈਂ ਇਸ ਤਰ੍ਹਾਂ ਹੀ, ਜੇ ਮੈਂ 2000 ਕੈਲੋਰੀਜ਼ ਲੈਂਦੀ ਆ, ਤਾਂ ਫਿਰ ਮੇਰੀ ਇਸ ਤਰ੍ਹਾਂ ਹੀ ਤੁਸੀਂ ਯੂ ਕੈਨ ਸੇ 1000 ਤੋਂ 1200 ਕੈਲੋਰੀਜ਼ ਜਿਹੜੀਆਂ ਨੇ they should come from carbohydrates। and ਸਾਨੂੰ ਇਹ 100 ਗ੍ਰਾਮ ਮਿਨੀਮਮ ਚਾਹੀਦਾ ਹੈ to prevent ketosis। ਇੰਨਾ ਤਾਂ ਘੱਟੋ ਘੱਟ ਚਾਹੀਦਾ ਹੈ, 100 ਗ੍ਰਾਮ ਸਾਨੂੰ ਘੱਟੋ ਘੱਟ ਚਾਹੀਦਾ ਹੈ, ਤਾਂ ਕਿ ਸਾਡੇ ਜਿਹੜੇ ਫੈਟਸ ਆ ਉਹ ਪ੍ਰੋਪਰਲੀ ਟੁੱਟ ਸਕਣ ਔਰ ਉਹ ਉਹਨਾਂ ਦੇ ਵਿੱਚੋਂ ਦੀ એનર્ਜੀ ਕੱਢ ਸਕੀਏ। ਜਿਹੜੇ ਲੋਕ ਬਿਲਕੁਲ ਕਹਿ ਲੋ ਕਿ ਬਿਲਕੁਲ ਬੰਦ ਕਰ ਦਿੰਦੇ ਕਾਰਬੋਹਾਈਡਰੇਟ ਖਾਣਾ, ਤਾਂ ਕੀ ਹੁੰਦਾ ਹੈ, ਉਹ ਕੀਟੋਨ ਬਾਡੀਜ਼ ਬਣਨਗੀਆਂ ਤੇ ਸਰੀਰ ਦੇ ਵਿੱਚ ਤੇਜ਼ਾਬੀਪਨ ਜਿਹੜਾ ਉਹ ਆ ਜਾਏਗਾ। ਸੋ
नेक्स्ट स्लाइड इज डेफिशिएंसी कि जे ਅਸੀਂ कार्बोहाइड्रेट नहीं खाते ਤਾਂ ਸਾਨੂੰ ਸਾਡੇ ਤੇ ਬੋਡੀ ਤੇ ਕੀ ਪ੍ਰਭਾਵ ਪਏਗਾ। So let us see. The first thing we will feel is lack of energy. ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਖਾਣਾ ਨਹੀਂ ਖਾਂਦੇ, ਆਪਾਂ ਵਰਤ ਰੱਖ ਕੇ ਰੱਖਦੇ ਹਾਂ ਜਾਂ ਕੁਝ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਤਾਂ ਸਭ ਤੋਂ ਪਹਿਲੀ ਜਿਹੜੀ ਆਪਾਂ ਚੀਜ਼ ਮਹਿਸੂਸ ਕਰਦੇ ਹਾਂ that is known as lack of energy. ਮਤਲਬ ਅੱਛਾ ਨਹੀਂ ਲੱਗਦਾ ਹੈ ਨਾ, you feel weak. Then there could be loss of weight. ਜਿਹੜਾ ਲਗਾਤਾਰ ਅਸੀਂ ਜਦੋਂ ਕਾਰਬੋਹਾਈਡਰੇਟਸ ਨਹੀਂ ਲਵਾਂਗੇ, ਕਿਉਂਕਿ ਆਪਾਂ ਮੇਨ ਇਹਦੇ ਤੋਂ ਹੀ એનર્ਜੀ ਲੈਣੀ ਹੁੰਦੀ ਹੈ, ਤਾਂ ਉਹਦੇ ਨਾਲ ਕੀ ਹੈ, ਭਾਰ ਘਟ ਜਾਂਦਾ ਹੈ। then ਪ੍ਰੋਟੀਨ ਵੇਸਟ ਹੋਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਆਪਾਂ ਕਾਰਬੋਹਾਈਡਰੇਟ ਖਾ ਨਹੀਂ ਰਹੇ, ਸਰੀਰ ਨੂੰ ਤਾਂ એનર્ਜੀ ਚਾਹੀਦੀ ਹੈ, ਤਾਂ ਉਹ ਕੀ ਕਰੇਗੀ, ਉਹ ਜਿਹੜੇ ਪ੍ਰੋਟੀਨ ਹੈਗੇ ਨੇ, ਚਾਹੇ ਤੁਸੀਂ ਖਾਣੇ ਵਿੱਚ ਕੋਈ ਪ੍ਰੋਟੀਨ ਲੈ, ਚਾਹੇ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਪ੍ਰੋਟੀਨ ਨੇ ਉਹਨਾਂ ਨੂੰ ਤੋੜ ਕੇ ਉਹ ਯੂਜ਼ ਕਰੇਗੀ ਫॉर getting एनर्जी, ताकि अपना शरीर का वो काम कर सके। इस दे नाल होएगा कि जेडे फैट्स हैं वो पूरी तरह दे नाल मेटाबोलाइज नहीं हो सकणगे, जिवें मैं तुहानू ऑलरेडी दस चुकी हां, तो अद्धे टुटे फुटे फैट्स होणगे, तो जेड़ा उन्होंने एनर्जी देनी है, जेड़ा उन्होंने प्रॉपरली टुटना सीगा, कंप्लीट करनी सी प्रोसेस, वो पूरी तरह नाल नहीं हो पाए। फिर उस तो बाद ਇਹਦਾ ਰਿਐਕਸ਼ਨ ਹੋਰ ਕੀ ਹੋਏਗਾ, ਕੀਟੋਸਿਸ ਹੋ ਜਾਏਗੀ। ਕੀਟੋਸਿਸ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਰੀਰ ਦੇ ਵਿੱਚ ਤੇਜ਼ਾਬੀਪਨ ਆ ਜਾਏਗਾ, ਤਾਂ ਜਿਹੜਾ ਸਾਡਾ ਖੂਨ ਦਾ ਜਿਹੜਾ ਪੀਐਚ ਹੈ, ਜਿਹੜਾ ਦੱਸਦਾ ਪੀਐਚ ਹੁੰਦੀ ਹੈਗੀ ਇੱਕ ਮਾਤਰਾ ਦੱਸਦੀ ਕਿ ਖੂਨ ਦੇ ਵਿੱਚ ਕਿੰਨੀ ਜਾਂ ਕਿਸੇ ਵੀ ਚੀਜ਼ ਦੇ ਵਿੱਚ ਬੋਡੀ ਦੇ ਵਿੱਚ ਸਾਡੀ ਕਿੰਨੀ ਐਸਿਡਿਟੀ ਜਾਂ ਅਲਕਲੈਨਿਟੀ ਹੋਏਗੀ, ਕਿੰਨਾ ਤੇਜ਼ਾਬੀਪਨ ਜਾਂ ਖਾਰਾਪਨ ਹੋਏਗਾ। ਆਪਣੀ ਬੋਡੀ ਦਾ ਜਿਹੜੀ ਬਲੱਡ ਦਾ ਪੀਐਚ ਹੈ ਨਾ, that is 7.4। कितना है 7.4। 7 का मतलब यह है कि ना वो चीज तेजाबी है ना वो खारी है। 7 का मतलब तुम सोच लो कि 0 है ना, तो वो 7 तो जिन्ना वो 6 5 4 3 2 1 वाल नु जाएगा, उन्ना वो स्ट्रॉन्ग तेज एसिड होता जाएगा। जिन्ना वो 7 तो 14 वाल नु जाएगा, 7 तो बाद 8 9 10 जेड़ा इधर नु जाएगा, किन्नी चीज जिहदा पीएच वधदा जाएगा उन्ना खारा होता जाएगा। फॉर एग्जाम्पल जे तुसी कोई तेजाब नु देखोगे ना, तो उहदा पीएच होएगा 2 3, वो स्ट्रॉन्ग एसिड हो जाएगा। और जे तुसी अपना कपड़े धोने वाला साबन देखोगे, उहदा होएगा 13 14, वो क्योंकि वो खारा है। सो अपनी बॉडी दा पीएच है 7.4, दैट मींस स्लाइटली खारे वाले पासे है, इट इज नॉट 0, स्लाइटली खारे वाले पासे है। हुण एसिड ਜਿਹੜੀਆਂ ਕੀਟोन बॉडीज ने दे आर एसिडिक इन नेचर, ਤੇ 7.4 ਤੋਂ 7 ਵਾਲੇ ਪਾਸੇ ਨੂੰ ਲੈ ਕੇ ਆ ਸਕਦੀਆਂ ਨੇ, ਜਾਂ 6 ਪੁਆਇੰਟ ਸਮਥਿੰਗ ਵੱਲ ਨੂੰ ਲੈ ਕੇ ਆ ਸਕਦੇ ਆ, ਤੇ ਉਹਦੇ ਨਾਲ ਬਾਡੀ ਦਾ এনवायरमेंट ਜਿਹੜਾ ਚੇਂਜ ਹੋ ਜਾਏਗਾ, ਉਹਦੇ ਨਾਲ ਸਾਰੇ ਸਰੀਰ ਦੇ ਅੰਦਰ ਦਾ এনवायरमेंट ਉਥਲ-ਪੁਥਲ ਹੋ ਜਾਏਗਾ। ਸੋ ਉਹਨੂੰ ਕਹਿੰਦੇ ਅਸੀਂ ਕੰਡੀਸ਼ਨ ਨੂੰ ਕੀਟੋਸਿਸ, ਔਰ ਇਹਦੇ ਕਰਕੇ ਹੀ ਬ੍ਰੇਨ ਦੇ ਵਿੱਚ ਕੋਮਾ ਵੀ ਆ ਸਕਦਾ। ਇਹ ਕੰਡੀਸ਼ਨ ਆਮ ਤੌਰ ਤੇ ਫੇਸ ਕਰਦੇ ਹੈ ਲੋਕ ਜਿਹੜੇ ਡਾਇਬੀਟਿਕਸ। then ਗੈਸਟ੍ਰੋਇੰਟੇਸਟਾਈਨਲ ਟਰੈਕਟ ਦੇ ਵਿੱਚ ਫਰਕ ਆਏਗਾ, ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਫਾਈਬਰ ਆਪਾਂ ਨੂੰ ਮਿਲ ਰਿਹਾ ਸੀਗਾ, ਜਾਂ ਸਾਨੂੰ ਜਿਸ ਤਰ੍ਹਾਂ ਲੈਕਟੋਜ਼ ਸੀਗਾ, ਜਿਹਦੇ ਨਾਲ ਸਾਡੇ ਫ੍ਰੈਂਡਲੀ ਮਾਈਕਰੋ ਆਰਗੇਨਿਜ਼ਮਸ ਕੰਮ ਕਰ ਰਹੇ ਸੀਗੇ, ਉਹਨਾਂ ਦਾ ਫੂਡ ਸੀਗਾ, ਉਹਦੇ ਨਾਲ ਸਾਡੀ ਗਟ ਜਿਹੜੀ ਹੈ ਨਾ, ਸਾਡਾ ਸਾਰਾ ਇੰਟੇਸਟਾਈਨਲ ਦਾ ਜਿਹੜਾ ਸਿਸਟਮ ਸੀ ਉਹ ਬੜਾ ਸੋਹਣੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ। ਤਾਂ ਉਹਦੇ ਨਾਲ ਜਿਹੜਾ ਗੈਸ ਬਣ ਗਈ, ਜਾਂ ਜਿੱਦਾਂ ਪੇਟ 'ਚ ਦਰਦ ਹੋ ਗਈ, ਕ੍ਰੈਂਪਸ ਹੋ ਗਏ, ਇਹ ਵਾਲੀਆਂ ਪ੍ਰੋਬਲਮਸ ਆ ਸਕਦੀਆਂ। ਐਂਡ ਦੈਨ there could be deficiency of B complex vitamins also। शरीर ਦੇ ਅੰਦਰ B complex vitamin, ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਸਾਡੇ friendly micro organisms ਹੈ, ਉਹ ਸਾਡੇ ਲਈ B complex vitamins ਬਣਾਉਂਦੇ ਆ। ਜਦੋਂ ਉਹਨਾਂ ਨੂੰ ਫੂਡ ਨਹੀਂ ਅੱਛੇ ਤਰੀਕੇ ਨਾਲ ਮਿਲੇਗਾ, ਉਹਨਾਂ ਦੇ ਅੱਛੀਆਂ ਜਿਹੜੀਆਂ ਕਲੋਨੀਜ਼ ਸਾਡੇ ਸਰੀਰ ਦੇ ਅੰਦਰ ਬਣ ਰਹੀਆਂ ਸੀਗੀਆਂ, ਸਾਡੀਆਂ ਆਂਤੜੀਆਂ 'ਚ ਬਣ ਰਹੀਆਂ ਸੀ, ਉਹ ਨਹੀਂ ਬਣ ਪਾਣਗੀਆਂ, ਉਹ ਸਾਡੇ ਲਈ B complex ਨਹੀਂ ਬਣਾਉਣ ਪਾਣਗੇ, ਔਰ ਸਾਡੇ ਅੰਦਰ B complex ਦੀ ਕਮੀ ਹੋ ਜਾਏਗੀ, ਸਪੈਸ਼ਲੀ B12। then ਜੇ ਅਸੀਂ ਲੋੜ ਨਾਲੋਂ ਵੱਧ ਲਵਾਂਗੇ, ਫਿਰ ਕੀ ਹੋਏਗਾ, there will be ਕੀ ਇਹਦਾ ਅਸਰ ਹੋ ਸਕਦਾ, obesity, ਤੁਹਾਨੂੰ ਪਤਾ ਮੋਟਾਪਾ। then lack of other essential nutrients, ਜਿਹੜੇ ਸਾਡੇ ਜ਼ਰੂਰੀ ਜਿਹੜੇ ਸਾਡੇ ਕੰਮ ਦੀਆਂ ਚੀਜ਼ਾਂ ਨੇ, ਉਹ ਅਸੀਂ ਖਾ ਨਹੀਂ ਪਾਵਾਂਗੇ, ਕਿਉਂਕਿ ਅਸੀਂ ਸਿਰਫ ਕਾਰਬੋਹਾਈਡਰੇਟ ਖਾਈ ਜਾ ਰਹੇ ਹਾਂ। ਇਸ ਕਰਕੇ ਕੀ ਹੋਏਗਾ, ਬਾਕੀ ਚੀਜ਼ਾਂ ਦੀ ਕਮੀ ਹੋ ਸਕਦੀ ਹੈ। B ਕੰਪਲੈਕਸ ਵਿਟਾਮਿਨਸ ਦੀ ਕਮੀ ਹੋ ਸਕਦੀ ਹੈ ਐਕਸੈਸ ਦੇ ਨਾਲ ਵੀ, ਕਿਉਂਕਿ ਅਸੀਂ ਬਾਕੀ ਚੀਜ਼ਾਂ ਹੋਰ ਖਾ ਹੀ ਨਹੀਂ ਰਹੇ, ਅਸੀਂ ਸਿਰਫ ਕਾਰਬੋਹਾਈਡਰੇਟ ਖਾ ਰਹੇ ਹਾਂ। ਤਾਂ ਸਾਡੇ ਅੰਦਰ ਕਿੰਨੇ ਕੁ ਅੰਦਰ ਵਿਟਾਮਿਨਸ ਬਣਨਗੇ ਜਿਹੜੇ ਸਾਨੂੰ ਫੂਡ ਤੋਂ ਮਿਲਨੇ ਸੀ, ਉਹ ਮਿਲ ਹੀ ਨਹੀਂ ਪਾਉਂਦੇ, ਕਿਉਂਕਿ ਅਸੀਂ ਸਿਰਫ ਔਰ ਸਿਰਫ ਸਟਾਰਚੇਸ ਖਾ ਰਹੇ ਹਾਂ, ਤੇ ਉਹਦੇ ਨਾਲ ਹੋਰ ਚੀਜ਼ਾਂ ਦੀ ਕਮੀ ਆ ਜਾਏਗੀ। then it can cause
ਡੈਂਟਲ ਕੇਰੀਜ਼, ਦੰਦਾਂ 'ਚ ਕੀੜੇ ਲੱਗਣ ਦਾ ਡਰ ਰਹਿੰਦਾ ਕਿਉਂਕਿ ਜਿੰਨੀਆਂ ਵੀ ਅਸੀਂ ਸ਼ੂਗਰਸ ਵਗੈਰਾ ਲੈਂਦੇ ਆ ਦੇ ਵਿਲ ਸਟਿਕ ਟੂ ਆਰ ਟੀਥ, ਦੰਦਾਂ ਦੇ ਨਾਲ ਲੱਗੇ ਰਹਿਣਗੇ ਔਰ ਉਹ ਡੈਂਟਲ ਕੇਰੀਜ਼ ਹੋ ਸਕਦੀਆਂ। ਦੈਨ ਗਟ ਦੇ ਵਿੱਚ ਇਰੀਟੇਸ਼ਨ ਹੋ ਸਕਦੀ ਹੈ, ਜਦੋਂ ਅਸੀਂ ਬਹੁਤ ਜ਼ਿਆਦਾ ਚੀਨੀ ਵਾਲੀਆਂ ਚੀਜ਼ਾਂ ਖਾਂਦੇ ਆ ਜਾਂ ਕੁਛ ਇਸ ਤਰ੍ਹਾਂ ਖਾਂਦੇ ਆ ਨਾ ਤੇ ਉਹ ਅੰਦਰ ਜਾ ਕੇ ਸਟਿਕੀ ਹੋ ਜਾਂਦੀਆਂ ਨੇ ਐਂਡ ਦੇ ਵਿਲ ਕਾਜ਼ ਇਰੀਟੇਸ਼ਨ ਟੂ ਦਾ ਸਟਮਕ। ਔਰ ਜਦੋਂ ਬਹੁਤ ਜ਼ਿਆਦਾ ਲੋਡ ਨਾਲੋਂ ਵੱਧ ਜਿਹੜੀ ਆਪਾਂ ਕੋਈ ਵੀ ਚੀਜ਼ ਲੈਂਦੇ ਆ ਨਾ ਉਹਦਾ ਨੁਕਸਾਨ ਇਹੀ ਹੋਏਗਾ। ਔਰ ਇਹ ਹੋ ਸਕਦਾ ਹੈਗਾ ਕਿ ਇੰਟੈਸਟਾਈਨਲ ਟਰੈਕ ਇਰੀਟੇਟ ਹੋ ਜਾਏ ਤੇ ਉਹਦੇ ਨਾਲ ਕਨਸਟੀਪੇਸ਼ਨ ਜਾਂ ਡਾਇਰੀਆ ਵੀ ਹੋ ਜਾਏ। ਐਂਡ ਦੈਨ ਇਹ ਸਾਡੇ ਜਦੋਂ ਆਪਣੇ ਕਾਰਬੋਹਾਈਡਰੇਟ ਲੋਡ ਨਾਲੋਂ ਵੱਧ ਇਕੱਠੇ ਹੋ ਜਾਂਦੇ ਆ ਤਾਂ ਸਰੀਰ ਕੁਝ ਤਾਂ ਗਲਾਈਕੋਜਨ ਬਣਾ ਕੇ ਰੱਖ ਲੈਂਦਾ ਹੈ, ਪਰ ਜੇ ਫੇਰ ਵੀ ਹੋਰ ਵੀ ਜ਼ਿਆਦਾ ਹੋਏਗਾ ਇਕੱਠਾ ਤਾਂ ਕੀ ਹੋਏਗਾ, ਉਹਨੂੰ ਫੈਟ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਤਾਂ ਇਸ ਕਰਕੇ ਸਾਡੇ ਸਰੀਰ ਦੇ ਅੰਦਰ ਫੈਟ ਸਿਰਮ ਦੇ ਵਿੱਚ, ਸਿਰਮ ਮਤਲਬ ਸਾਡੇ ਖੂਨ ਦਾ ਜਿਹੜਾ ਲਿਕੁਇਡ ਵਾਲਾ ਪਾਰਟ ਹੈ, ਗਿੱਲਾ ਵਾਲਾ ਜਿਹੜਾ ਪਾਰਟ ਹੈ, ਉਹਦੇ ਵਿੱਚ ਲਿਪਿਡਸ ਹੁੰਦੇ ਫੈਟਸ, ਇਹਨਾਂ ਦੀ ਮਾਤਰਾ ਵੀ ਜਿਹੜੀ ਹੈ ਉਹ ਵੱਧ ਸਕਦੀ ਹੈ। ਜਿਵੇਂ ਆਪਾਂ ਗੱਲ ਕਰਦੇ ਕੋਲੇਸਟ੍ਰੋਲ ਵੱਧ ਗਿਆ, ਟ੍ਰਾਈਗਲਿਸਰਾਈਡਸ ਵੱਧ ਗਏ, ਉਹ ਵੀ ਰਿਜ਼ਲਟ ਹੁੰਦਾ ਹੈ ਕਿ ਜਦੋਂ ਅਸੀਂ ਕਾਰਬੋਹਾਈਡਰੇਟਸ ਜ਼ਿਆਦਾ ਲੈ ਲੈਂਦੇ। ਸੋ this finishes the topic and let us summarize. So ਅਸੀਂ ਸਾਰਾ ਕਾਰਬੋਹਾਈਡਰੇਟ ਬਾਰੇ ਕੀ ਪੜਿਆ ਹੈ? ਸਭ ਤੋਂ ਪਹਿਲਾਂ ਆਪਾਂ ਕੀਤਾ ਹੈਗਾ ਕਿ they are produced by the plants। ਦੂਸਰਾ ਅਸੀਂ ਕੀਤਾ ਕਿ ਇਹਨੂੰ ਅਸੀਂ ਬਲੱਡ ਗਲੂਕੋਜ਼ ਦਾ ਲੈਵਲ ਨੂੰ ਮੇਨਟੇਨ ਕਰਨ ਵਾਸਤੇ, ਸਾਡੇ ਫਲੂਇਡਸ ਦੇ ਵਿੱਚ ਮੇਨਟੇਨ ਕਰਨ ਵਾਸਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਦੈਨ ਕੁਝ ਅਸੈਂਸ਼ੀਅਲ, ਕੁਝ ਅੱਛੇ ਕੰਪਾਊਂਡ ਸਾਡਾ ਸਰੀਰ ਬਣਾਉਣ ਵਾਸਤੇ ਇਹਨਾਂ ਨੂੰ ਵਰਤਦਾ ਹੈ। ਉਸ ਤੋਂ ਬਾਅਦ ਵਿੱਚ ਅਸੀਂ ਕੀਤਾ ਕਿ ਇਹਦੀਆਂ ਫੂਡ ਸੋਰਸਸ ਜਿਹੜੀਆਂ ਨੇ ਇਹ 3 ਤਰ੍ਹਾਂ ਦੀਆਂ ਹੋ ਸਕਦੀਆਂ ਨੇ। 1 ਸ਼ੂਗਰਸ, ਦੂਜਾ ਸਟਾਰਚਸ, ਤੀਜਾ ਗਲਾਈਕੋਜਨ। ਫਿਰ ਅਸੀਂ ਕੀਤਾ ਕਿ ਇਹਦਾ ਰਿਕਮੈਂਡਡ ਡਾਈਟਰੀ ਅਲਾਊਂਸ, ਸਾਨੂੰ ਇਹਦੀ ਰੋਜ਼ਾਨਾ ਸਾਨੂੰ ਕਿੰਨਾ ਲੈਣਾ ਚਾਹੀਦਾ ਹੈ? 50 to 60% ਆਫ ਦ ਕੈਲੋਰੀਜ਼ ਦੇ ਸ਼ੁੱਡ ਕਮ ਫਰੋਮ ਕਾਰਬੋਹਾਈਡਰੇਟਸ। ਪਰ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਤੁਹਾਡੇ ਨਾਲ ਲਾਸਟ ਲੈਕਚਰ ਦੇ ਵਿੱਚ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਫੂਡ ਪ੍ਰੋਪਰਲੀ ਨਹੀਂ ਮਿਲਦਾ ਹੈ ਜਾਂ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਆ ਪ੍ਰੋਟੀਨ ਵਾਲੇ ਫੂਡ, ਉਹਨਾਂ ਦੀ ਟੋਟਲ એનર્ਜੀ ਦਾ 90% ਤੱਕ ਜਿਹੜਾ ਹੈ ਉਹ ਕਾਰਬੋਹਾਈਡਰੇਟਸ ਤੋਂ ਆਉਂਦਾ ਹੈ। ਠੀਕ ਹੈ, ਬਟ ਆਈਡੀਅਲੀ ਇਟ ਸ਼ੁੱਡ ਬੀ 50 to 60% ਆਫ ਕੈਲੋਰੀਜ਼। ਔਰ ਉਹਦੀ ਕਮੀ ਦੇ ਨਾਲ ਕੀ ਹੁੰਦਾ ਹੈ? देयर विल बी लैक ऑफ एनर्जी, देयर विल बी लॉस ऑफ वेट, प्रोटीन ਦੀ ਵੇਸਟੇਜ ਹੋ ਜਾਏਗੀ, फैट अच्छे तरीके पूरी तरह ना टुट फुट नहीं सकणगे, फिर केटोसिस हो जाएगी कीटोन बॉडीज बनन करके, गैस्ट्रोइंटेस्टाइनल ट्रैक्ट ਦੇ ਵਿੱਚ डिस्टर्बेंस आ जाएगी, इरिटेट हो जाएगा, बी कॉम्प्लेक्स विटामिन ਦੀ कमी आ जाएगी। and this finishes your topic, that is carbohydrate. So this is how a healthy plate should look like. We shall discuss it later. So okay, I'm unmuting all of you. Beta, if you wish to ask any question, you can ask. कोई क्वेश्चन होवे बेटा? हेलो मैम। यस मैम, जिन्ना ਨੂੰ ਮਤਲਬ ਜਿੱਦਾਂ ਸ਼ੂਗਰ ਦੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਮੈਮ ਉਹਦੇ ਚ ਕਾਰਬੋਹਾਈਡਰੇਟਸ ਜ਼ਿਆਦਾ ਹੋਣ ਕਰਕੇ ਹੁੰਦੀ ਹੈ? ਨਹੀਂ ਬੇਟਾ, ਜ਼ਿਆਦਾ ਹੋਣ ਕਰਕੇ ਨਹੀਂ ਹੁੰਦਾ। ਇੱਕ ਤਾਂ ਇਹਦੇ ਵੀ ਕਿੰਨੀ ਅਮਾਉਂਟ ਵਿੱਚ ਲੈ ਰਹੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 50 to 60% ਆਫ ਕੈਲੋਰੀਜ਼ ਦੇ ਸ਼ੁੱਡ ਕਮ ਫਰੋਮ ਕਾਰਬੋਹਾਈਡਰੇਟਸ, ਹੈ ਨਾ। ਇੱਕ ਤਾਂ ਉਹ ਚੀਜ਼ ਹੁੰਦੀ ਹੈ, ਦੂਜਾ ਉਹ ਕਿਸ ਸੋਰਸ ਤੋਂ ਤੁਸੀਂ ਲਿੱਤਾ, that is very important। ਜਿਵੇਂ ਫॉर ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਸੋਰਸਸ ਹੈਗੀਆਂ, ਈਦਰ ਦੇ ਆਰ ਸ਼ੂਗਰਸ ਔਰ ਦੇ ਆਰ ਸਟਾਰਚਸ, ਹੈ ਨਾ, ਮੇਨ ਇਹ ਚੀਜ਼ ਨੇ, ਹੈ ਨਾ। ਹੁਣ ਜਿਹੜੇ ਸ਼ੂਗਰਸ ਤੋਂ ਜਿਹੜਾ ਆਂਦਾ, ਜਿਹੜਾ ਸਿੰਪਲ ਸ਼ੂਗਰਸ ਤੋਂ ਆਏਗਾ ਨਾ, ਉਹ ਨੈਚੁਰਲੀ ਬਲੱਡ ਦੇ ਵਿੱਚ ਇੱਕਦਮ ਐਬਜ਼ੌਰਬ ਹੋ ਜਾਏਗਾ, ਉਹ ਗਲੂਕੋਜ਼ ਦਾ ਲੈਵਲ ਉੱਪਰ ਚੜਾ ਪਾਏਗਾ ਔਰ ਬਾਡੀ ਜਿਹੜੀ ਉਹ ਮੈਨੇਜ ਹੀ ਨਹੀਂ ਕਰ ਪਾਉਂਦੀ ਇੰਨੇ ਜ਼ਿਆਦਾ ਗਲੂਕੋਜ਼ ਨੂੰ। ਇਹੋ ਜਿਹੀ ਕੰਡੀਸ਼ਨ ਆਉਂਦੀ ਹੈ, ਉਹ ਅੱਗੇ ਡਿਟੇਲ ਚ ਪੜਾਂਗੇ। ਬਟ ਇਹਦੇ ਵਿੱਚ ਜਿਹੜੇ ਡਾਇਬੀਟਿਕਸ ਨੇ ਉਹਨਾਂ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਇੱਕਦਮ ਗਲੂਕੋਜ਼ ਦਾ ਲੈਵਲ ਉੱਪਰ ਚੜਦਾ ਹੈ ਨਾ, ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਉਹਨੂੰ ਗਲਾਈਕੋਜਨ ਜਾਂ ਫੈਟ ਜਾਂ ਕੁਝ ਇਹਦੇ ਚ ਪ੍ਰੋਪਰਲੀ ਸੈਲਸ ਦੇ ਵਿੱਚ ਉਹਨੂੰ ਭੇਜ ਨਹੀਂ ਪਾਉਂਦੇ, ਇਸ ਕਰਕੇ ਖੂਨ ਦੇ ਵਿੱਚ ਹੀ ਉਹ ਗਲੂਕੋਜ਼ ਰਹਿ ਜਾਂਦਾ ਹੈ ਤੇ ਉਹਨੂੰ ਆਪਾਂ ਡਾਇਬੀਟੀਜ਼ ਕਹਿੰਦੇ ਹਾਂ। ਔਰ ਉਹਦੇ ਨਾਲ ਆਉਂਦੀ ਹੈ ਨਾ, ਉਹਦੇ ਚ ਇਨਸੂਲਿਨ ਦੀ ਪ੍ਰੋਬਲਮ ਆਉਂਦੀ ਹੈ। ਦੈਨ ਟਾਈਪ ਆਫ ਕਾਰਬੋਹਾਈਡਰੇਟ ਕਿ ਕਿੰਨੇ ਉਹਦੇ ਚ ਜਿਹੜਾ ਕਾਰਬੋਹਾਈਡਰੇਟ ਵਿੱਚ ਰੇਸ਼ੇ ਕਿੰਨੇ ਮੌਜੂਦ ਹੈ, ਸੈਲੂਲੋਜ਼ ਕਿੰਨਾ ਮੌਜੂਦ ਹੈ ਨਾ, ਕਿੰਨੀ ਜਲਦੀ ਉਹ ਬਾਡੀ ਉਹਨੂੰ ਹਜ਼ਮ ਕਰ ਸਕਦੀ ਹੈ। ਸੋ ਥੀਸ ਆਰ ਦ ਇੰਪੋਰਟੈਂਟ ਪੁਆਇੰਟਸ। ਉਹ ਤੁਹਾਨੂੰ ਦੁਬਾਰਾ ਆਪਾਂ ਜਦੋਂ ਮੈਂ ਡਾਇਬੀਟੀਜ਼ ਤੁਹਾਨੂੰ ਕਰਾਉਂਗੀ ਨਾ, ਉਦੋਂ ਤੁਹਾਨੂੰ ਮੈਂ ਡਿਟੇਲ ਚ ਦਵਾਂਗੀ। ਓਕੇ।
Yes, any more queries? पूछ लो, जे सुनिया होएगा तो कोई सवाल भी होंगे, या तो सब कुछ समझ आ गया या कुछ भी समझ नहीं आया। हाँ, सुनिया है बेटा? सुनिया, नोट्स बनाए हैं गर्ल्स? Yes, ma'am. Okay.